सो नैक्सट जो है अपने को मिनरल न्यूट्रिशन दैट इज़ हाइड्रोजन। सो आप पहला गल करके चुके हैं रिगार्डिंग द कार्बन एज वेल एज द ऑक्सीजन। सो दे आर द बेसिक बैकबोन ऑफ द plant metabolic pathways like the formation of carbohydrates, proteins, amino acids, या आप गल कर लिए कि लाइक इन केस ऑफ फोटोसिंथेसिस वगैरह या रेस्पिरेशन वेले है, दोनों की रिक्वायरमेंट बहुत ज़रूरी है, ठीक है ना। सो दे आर द बेसिक रॉ मटीरियल्स फॉर दैट पर्टिकुलर प्रोसेस, ठीक है। नेक्स्ट जो अपने को आंदा दैट इज़ द हाइड्रोजन विच इज़ द लाइटेस्ट एलिमेंट एंड द मोस्ट पावरफुल रिड्यूसिंग एजेंट, ठीक है। एंड दे आर मोस्ट अबंडेंट इन द यूनीवर्स, बहुत ज़्यादा अमाउंट ਦੇ ਵਿੱਚ ਇਹ ਆਪਣੇ ਕੋਲ ਮਿਲਦਾ ਵਾ। ਐਂਡ ਦੇ ਆਰ ਅਨਕੰਬਾਈਨਡ ਫਾਰਮ ਹੈ ਆਪਣੇ ਕੋਲ ਹਾਈਡਰੋਜਨ ਦੀ ਵਿਚ ਇਜ਼ ਵੈਰੀ ਰੇਅਰ ਇਨ ਫਾਰਮ। ਐਂਡ ਜਿਹੜੇ ਕੰਬਾਈਨਡ ਹਾਈਡਰੋਜਨ ਜਿਹੜੇ ਆ ਦੈਟ ਆਰ ਦ ਮੋਸਟ ਕਾਮਨ ਵਨ ਲਾਈਕ ਵਾਟਰ ਹੋ ਗਿਆ, ਠੀਕ ਹੈ, ਆਰਗੈਨਿਕ ਕੰਪਾਊਂਡਸ ਹੋ ਗਏ, ਹਾਈਡਰੋਕਾਰਬਨ ਕੰਪਾਊਂਡਸ ਹੋ ਗਏ, ਠੀਕ ਹੈ, ਲਾਈਕ ਇਨ ਦੈਟ ਸੈਂਸ। ਸੋ ਜਿਹੜੇ ਪਲਾਂਟਸ ਨੇ, ਪਲਾਂਟਸ ਦੇ ਕੋਲ ਜਿਹੜੀ ਅਵੇਲੇਬਲ ਫਾਰਮ ਹੈ ਦੈਟ ਇਜ਼ ਇਨ ਫਾਰਮ ਆਫ ਵਾਟਰ। ਸੋ ਵਾਟਰ ਦੀ ਫਾਰਮ ਦੇ ਵਿੱਚ ਉਹ ਈਜ਼ੀਲੀ available है, that is the main oxidized form, so which is highly available and act as a reducing element in case of photosynthesis, ठीक है। and they will form the covalent bonds, so I hope ਇਹ ਤੁਹਾਨੂੰ ਆਈਡੀਆ ਹੈਗਾ ਇਹ covalent bond ਬਣਾਉਣ ਦੇ ਵਿੱਚ ਵੀ ਹੈਲਪ ਕਰਦੇ ਆ with the most electronegative elements, ਠੀਕ ਹੈ, like carbon, nitrogen and oxygen as well as the hydrogen also. so they are they will lead to the formation of main hydrogen bonding या weaker hydrogen bonding, so that they will lead to the holding of that particular component, ठीक है ना। hydrogen bonding ਬਣਾਉਣ ਦੇ ਵਿੱਚ ਹੈਲਪ ਕਰਦੇ ਨੇ ਕਿ ਲਾਈਕ ਵੈਦਰ ਇਨ ਕੇਸ ਆਫ ਆਪਾਂ ਗੱਲ ਕਰ ਲਈਏ ਕਿ ਏਸੈਂਟ ਆਫ ਸੈਪ ਦੇ ਵਿੱਚ ਜਿਵੇਂ ਆਪਾਂ ਗੱਲ ਕੀਤੀ ਸੀ ਕਿ ਜੋ ਵਾਟਰ ਮੋਲੀਕੂਲਸ ਨੇ ਦੇ ਆਰ ਫਾਰਮਿੰਗ ਦ ਹਾਈਡਰੋਜਨ ਬੌਂਡਸ ਐਂਡ ਦੇ ਵਿਲ ਫਾਰਮਿੰਗ ਅ ਲਾਰਜ ਵਾਟਰ ਕਾਲਮ। ਸੋ ਲਾਰਜ ਵਾਟਰ ਕਾਲਮ ਬਣਨ ਦੇ ਨਾਲ ਕੀ ਹੈ ਵਾਟਰ ਈਜ਼ਲੀ ਡਿਰਾਈਵ ਔਨ ਹੁੰਦਾ ਫਰੋਮ ਦ ਲੋਅਰ ਪੋਰਸ਼ਨ ਆਫ ਦ ਪਲਾਂਟ ਦੈਟ ਇਜ਼ ਫਰੋਮ ਦ ਰੂਟਸ ਟੂਵਰਡਸ ਦ ਅਪਵਰਡ ਸਾਈਡ, ਠੀਕ ਹੈ। ਐਂਡ ਸੇਮ ਦੇ ਆਰ ਦ ਮੇਨ ਬੇਸਿਕ ਕੰਪੋਨੈਂਟ ਇਨ ਕੇਸ ਆਫ ਫੋਟੋਸਿੰਥੇਸਿਸ। ਸੋ ਆਪਾਂ ਗੱਲ ਕੀਤੀ ਹੈ ਰਿਡਿਊਸਿੰਗ ਐਲੀਮੈਂਟ ਦਾ ਕੰਮ ਕਰਦੇ ਆ। ਸੋ ਇਹਦੀ ਡੈਫੀਸ਼ੈਂਸੀ ਕੋਈ ਖਾਸ ਇੱਦਾਂ ਨਜ਼ਰ ਤਾਂ ਆਉਂਦੀ ਨਹੀਂ ਹੈਗੀ, ਅਗਰ ਡੈਫੀਸ਼ੈਂਸੀ ਅਗਰ ਹੁੰਦੀ ਵੀ ਹੈ ਜਾਂ ਹਾਈਡਰੋਜਨ ਕੰਟੈਂਟ ਜਿਹੜਾ ਘੱਟਦਾ ਵੀ ਹੈ, ਬਟ ਹਾਂ ਇਹਦਾ ਇੱਕ ਨੈਗੇਟਿਵ ਇੰਪੈਕਟ ਜ਼ਰੂਰ ਹੋ ਸਕਦਾ ਬਿਕੋਜ਼ ਇਹ ਇੱਕ ਤਰ੍ਹਾਂ ਦਾ ਮੇਨ ਇਹਦਾ ਸਟਰਕਚਰਲ ਐਲੀਮੈਂਟ ਵੀ ਕਹਿ ਸਕਦੇ ਐਜ਼ ਵੈਲ ਐਜ਼ ਅ ਫੰਕਸ਼ਨਲ ਐਲੀਮੈਂਟ ਵੀ ਇਹਨੂੰ ਆਪਾਂ ਕਹਿ ਸਕਦੇ ਹਾਂ ਪਲਾਂਟਸ ਦੇ ਲਈ। ਬਿਕੋਜ਼ ਲਾਈਕ ਜਿਵੇਂ ਆਪਾਂ ਕਿ ਐਸਿਡਿਕ ਕੰਟੈਂਟ ਨੂੰ ਵੀ ਮੇਨਟੇਨ ਕਰਨ ਦੇ ਵਿੱਚ ਹੈਲਪ ਕਰਦਾ। ਲਾਈਕ ਜਦੋਂ ਆਪਾਂ ਪੜ੍ਹਿਆ ਸੀਗਾ ਇਨ ਕੇਸ ਆਫ ਟਰਾਂਸਪੀਰੇਸ਼ਨ ਐਚ ਪੋਜ਼ਿਟਿਵਿਟੀ ਬੇਸਿਸ ਦੀ ਆਪਾਂ ਗੱਲ ਕੀਤੀ ਸੀ। ਸੋ ਦੈਟ ਆਰ ਦ ਮੇਨ ਕੰਪੋਨੈਂਟ ਵਿਚ ਪ੍ਰੋਵਾਈਡ ਦ ਐਚ ਪੋਜ਼ਿਟਿਵ ਆਇਨਸ, ਠੀਕ ਹੈ ਨਾ। ਐਂਡ ਦੇ ਵਿਲ ਮੇਨਟੇਨ ਦ ਆਸਮੋਟਿਕ ਪੋਟੈਂਸ਼ੀਅਲ ਇਨ ਦੈਟ ਪਰਟੀਕੁਲਰ ਆਰਟ ਸੈਲਸ, ਠੀਕ ਹੈ। ਐਂਡ ਦੈਟ ਵਿਲ ਅਲਾਉ ਦੇਅਰ ਓਪਨਿੰਗ ਐਂਡ ਦੇਅਰ ਕਲੋਜ਼ਿੰਗ, ਠੀਕ ਹੈ। ਸੋ ਮੀਨਸ ਅਗਰ ਇਹਨਾਂ ਦੇ ਕੰਸਨਟ੍ਰੇਸ਼ਨ ਘੱਟਦੀ ਹੈ, ਹਾਈਡਰੋਜਨ ਦੀ ਕੰਸਨਟ੍ਰੇਸ਼ਨ ਘੱਟਦੀ ਹੈ, ਸੋ ਦੈਟ ਵਿਲ ਲੈਡ ਟੂ ਰਿਡਕਟਿਵ ਰੇਟ reduction in the rate of any kind of metabolic process, whether photosynthesis, whether respiration, whether transpiration, like in that way, whether the biosynthesis of the plant hormones or during the time of their secondary transduction as well as their transportation also, ठीक है। so that are the main major deficiency contents, ठीक है। but ਹਾਂ ਇਹਦੀ deficiency ਜਿਹੜੀ ਆ ਆਊਟਰ ਜੋ ਆਪਾਂ ਕਹਿ ਲਈਏ ਕਿ ਵੇ ਦੇ ਵਿੱਚ ਆਪਾਂ ਨੂੰ ਨਹੀਂ ਨਜ਼ਰ ਆਉਂਦੀ ਹੈਗੀ, ਠੀਕ ਹੈ। ਹਾਂ ਇੰਟਰਨਲੀ ਜ਼ਰੂਰ ਇੰਪੈਕਟ ਹੋ ਸਕਦਾ ਇਹਦਾ ਹਾਈਡਰੋਜਨ ਦਾ। ਸੋ ਨੈਕਸਟ ਇਜ਼ ਨਾਈਟ੍ਰੋਜਨ। ਨਾਈਟ੍ਰੋਜਨ ਜੋ ਹੈ ਹਾਈਲੀ ਅਵੇਲੇਬਲ ਆ, ਆਪਾਂ ਪੜ੍ਹਿਆ ਵੀ ਹੈ ਨਾਈਟ੍ਰੋਜਨ ਮੈਟਾਬੋਲਿਜ਼ਮ ਦੇ ਵਿੱਚ, ਠੀਕ ਹੈ। ਸੋ ਇਟ ਇਜ਼ ਐਜ਼ ਅਬੰਡੈਂਟ ਐਜ਼ ਦ ਕਾਰਬਨ, ਠੀਕ ਹੈ। ਐਂਡ ਦੇ ਆਰ ਇਨ ਅ ਡਾਇਮ ਐਟੋਮਿਕ ਫਾਰਮ, ਠੀਕ ਹੈ। ਐਂਡ ਟੂ ਦੀ ਫਾਰਮ ਦੇ ਵਿੱਚ ਹੋਏਗੀ ਐਂਡ ਦੇ ਹੈਵਿੰਗ ਪਲੱਸ ਚਾਰਜ ਗਰੁੱਪਸ ਪੋਸੀਬਲ ਐਜ਼ ਵੈਲ ਐਜ਼ ਅਮਾਈਨ ਜਿਹੜਾ ਵਾ ਇਟ ਇਜ਼ ਦ ਮੋਸਟ ਇੰਪੋਰਟੈਂਟ ਇਨ ਕੰਪਲੈਕਸਿੰਗ ਮੈਟਲਸ, ਠੀਕ ਹੈ। ਲਾਈਕ ਇਨ ਕੇਸ ਆਫ ਸਾਈਟੋਕ੍ਰੋਮਸ ਵਗੈਰਾ ਹੋ ਗਿਆ ਜਾਂ ਬਾਈਂਡਿੰਗ ਵਿਦ ਦੈਟ ਆਫ ਦ ਮੈਗਨੀਸ਼ੀਅਮ ਇਨ ਕੇਸ ਆਫ ਕਲੋਰੋਫਿਲ। ਜੇ ਵੈਸੇ ਤਾਂ ਤੁਹਾਨੇ ਸਟਰਕਚਰ ਸ਼ਾਇਦ ਤੁਹਾਨੇ ਨਹੀਂ ਕੀਤਾ ਹੈਗਾ, ਮੈਸੀ ਵਾਲਿਆਂ ਨੇ ਕੀਤਾ। so they will act as a donor atom in many enzymatic catalyzed reactions, ठीक है। as well as and ਜਿਹੜਾ ਵਾ ਆਪਣੀ ਜਿਹੜੀ ਜ਼ਿਆਦਾਤਰ ਰਿਡਕਟਿਵ ਸਟੇਟ ਦੇ ਵਿੱਚ ਹੀ ਪਾਇਆ ਜਾਂਦਾ ਹੈ। as well as ਜਿਹੜੀ ਮੋਸਟ ਰਿਡਕਟਿਵ ਸਟੇਟ ਹੈ ਦੈਟ ਇਜ਼ ਦ ਨਾਈਟ੍ਰੇਟ। ਇਹ ਆਪਾਂ ਪੜ੍ਹਿਆ ਵੀ ਸੀਗਾ ਨਾਈਟ੍ਰੋਜਨ ਮੈਟਾਬੋਲਿਜ਼ਮ ਦੇ ਵਿੱਚ ਕਿ ਨਾਈਟ੍ਰੇਟ ਫਾਰਮ ਦੇ ਵਿੱਚ ਆਪਣੇ ਕੋਲ ਕਹਿ ਲਈਏ ਕਿ ਇਹ ਅਵੇਲੇਬਲ ਹੈ। ਸੋ ਨਾਈਟ੍ਰੇਟ ਫਾਰਮ ਦੇ ਵਿੱਚ ਅਵੇਲੇਬਲ ਹੋਣ ਕਰਕੇ ਕੀ ਹੈ ਦੇ ਗੈਟ ਟੂ ਬੀ ਈਜ਼ਲੀ available towards the plants because the plants they will doesn't directly absorb the nitrogen or the molecular nitrogen. They has to be converted into their reduced form into the nitrate as well as the nitrite, but nitrite is the most poisonous form, so it has to be
directly converted into the nitrate ठीक है and in a just a fraction of seconds ठीक so ਆ ਜਿਹੜੀ ਫਾਰਮ ਜਿਹੜੀ ਨਾਈਟ੍ਰੇਟ ਦੀ ਹੈ easily available ਹੁੰਦੀ ਹੈ and this nitrate is further get to be assimilated ਠੀਕ ਹੈ ਆਪਾਂ ਪੜ੍ਹਿਆ ਹੀ ਹੈ ਸਾਰਾ ਨਾਈਟ੍ਰੋਜਨ ਮੈਟਾਬੋਲਿਜ਼ਮ ਦੇ ਵਿੱਚ ਸੋ ਸਾਰੀ ਚੀਜ਼ਾਂ ਇਹਦੇ ਵਿੱਚ ਉਹੀ ਕਾਊਂਟ ਔਨ ਹੋਣਗੀਆਂ ਸੋ ਨਾਈਟ੍ਰੋਜਨ ਦੀ ਜਿਹੜੀ ਡੈਫੀਸ਼ੀਐਂਸੀ ਹੈ ਈਜ਼ੀਲੀ ਆਪਾਂ ਦੇਖ ਸਕਦੇ ਹਾਂ ਦੈਟ ਇਜ਼ ਇਨ ਫਾਰਮ ਆਫ ਸੋ ਕਲੋਰੋਸਿਸ ਇਨ ਦਾ ਸੈਂਸ ਕਲੋਰੋਸਿਸ ਦੇ ਵਿੱਚ ਕੀ ਹੈ ਕਿ ਜਿਹੜਾ ਕਲੋਰੋਫਿਲ ਕੰਟੈਂਟ ਹੈ ਉਸਦੀ ਰਿਡਕਸ਼ਨ ਹੋ ਜਾਂਦੀ ਹੈ ਘੱਟ ਜਾਂਦਾ ਕਲੋਰੋਫਿਲ ਕੰਟੈਂਟ ਠੀਕ ਹੈ ਸੋ ਦੈਟ ਵਿਲ ਲੈਡ ਟੂ ਦ ਯੈਲੋਇੰਗ ਆਫ ਦ ਲੀਵਸ ਲਾਈਕ ਜਿਵੇਂ ਤੁਹਾਨੂੰ ਇੱਥੇ ਨਜ਼ਰ ਆ ਰਿਹਾ ਵਾ ਸੋ ਕਲੋਰੋਸਿਸ ਦੇ ਵਿੱਚ ਜੋ ਕਲੋਰੋਫਿਲ ਕੰਟੈਂਟ ਰਿਡਿਊਸ ਆਨ ਹੁੰਦਾ ਜਾਏਗਾ ਸੋ ਦੈਟ ਵਿਲ ਲੈਡ ਟੂ ਦ ਯੈਲੋਇੰਗ ਇਹ ਜਿਹੜੀ ਯੈਲੋਇੰਗ ਹੈ ਜ਼ਿਆਦਾਤਰ ਜਿਹੜੇ ਓਲਡਰ ਲੀਵਸ ਨੇਗੇ ਪਹਿਲਾਂ ਉਹਨਾਂ ਦੇ ਵਿੱਚ ਹੁੰਦੀ ਹੈ ਦੈਨ ਫਰਦਰ ਜਿਹੜੇ ਯੰਗਰ ਲੀਵਸ ਨੇਗੇ ਉਹਨਾਂ ਦੇ ਵਿੱਚ ਫਰਦਰ ਬਾਅਦ 'ਚੋਂ ਪ੍ਰੋਸੀਡ ਹੁੰਦੀ ਹੈ ਠੀਕ ਹੈ ਨਾ ਸੋ ਲਾਈਕ here the leaves and then they will lead towards the yellow and then they will get dyed ठीक है so younger leaves ਜਿਹੜੇ ਨੇ they remain green for the longer time period because they receives the soluble forms of the nitrogen transported from the older leaves ठीक है but after that they also get to be chloride ठीक है सो क्लोरोसिस ਉਹਨਾਂ ਦੇ ਵਿੱਚ ਵੀ ਅਕਰ ਹੁੰਦੀ ਹੈ ਐਂਡ ਇਨ ਮੈਨੀ ਪਲਾਂਟਸ ਐਕਸੈਸ ਨਾਈਟ੍ਰੋਜਨ ਆਫਨ ਸਟਿਮੂਲੇਟ ਦ ਸ਼ੂਟ growth more than that of the root growth ਠੀਕ ਹੈ and they favor the vegetative growth over the flowering as well as the seed formation so is the negative impact ਵੀ ਹੈ plus is the positive impact ਵੀ ਹੈ ਠੀਕ ਹੈ ਸੋ ਨੈਕਸਟ ਆਉਂਦਾ ਆਪਣੇ ਕੋਲ ਫਾਸਫੋਰਸ ਫੋਸਫੋਰਸ ਜੋ ਆਪਣੇ ਕੋਲ ਅਵੇਲੇਬਲ ਫਾਰਮ ਹੈਗੇ ਆ ਦੈਟ ਇਜ਼ ਦਾ ਫਾਈਟਿਨ ਜਿਹਨੂੰ ਆਪਾਂ ਕਹਿੰਦੇ ਆ ਫਾਈਟਿਕ ਐਸਿਡ that is absorbed phosphorus that is stored in the vegetative tissue as well as seeds that will form the phytin ਜਿਹਨੂੰ ਆਪਾਂ ਕਹਿੰਦੇ ਆ phytin or it is also known as the phytic acid so this form is available and that occur and react as the orthophosphate that is a fully oxidized and stable form and participate in metabolism by forming the water stable phosphate esters as well as the anhydrides okay and they are having a fundamental roles like linkage as in case of nucleic acid source of free energy in bond formation okay phosphorus obvious bond formation the which help that is in case of ATP that is the energy currency of the cell as well as the main component of the sugar phosphates okay sugar phosphates that is in case of DNA as well as the RNA okay and as well as a component of the phospholipid so ਇਹ ਤੁਹਾਨੂੰ ਕੀਤਾ ਹੀ ਹੈ lipids ਦੇ ਵਿੱਚ ਠੀਕ ਹੈ ਆਪਾਂ ਕੀਤਾ ਹੀ ਸੀਗਾ ਕਿ ਉਸ ਦੇ ਵਿੱਚ ਕੀ ਹੈ ਕਿ ਐਕਸਟਰਾ ਜਿਹੜਾ ਗਰੁੱਪ ਅਵੇਲੇਬਲ ਹੁੰਦਾ that is the phosphorus and that phospholipid is the main lipid which is present in the cell membrane and that provide the fluidity towards that particular membrane ठीक है and as well as magnesium that is required as a cofactor in reaction involving the phosphate transfer magnesium also commonly neutralizes the polyphosphate compounds ठीक है so phosphate group the transferring ਦੇ ਵਿੱਚ ਵੀ help ਕਰਦਾ magnesium ion ਠੀਕ ਹੈ so phosphorus ਦੀ ਜਿਹੜੀ deficiency ਹੈ it also showing the chlorosis process also chlorosis ਹੁੰਦੀ ਹੈ but ਬਹੁਤ ਜ਼ਿਆਦਾ ਲੇਟ ਹੁੰਦੀ ਹੈ ਇਹ ਜਲਦੀ ਅਪੀਅਰ ਨਹੀਂ ਕਰਦੀ ਹੈ ਕਿ ਕਲੋਰੋਸਿਸ ਜਿਵੇਂ ਆਪਾਂ ਪਹਿਲਾਂ ਗੱਲ ਕੀਤੀ ਇਨ ਕੇਸ ਆਫ ਨਾਈਟ੍ਰੋਜਨ ਕਿ ਅਗਰ ਨਾਈਟ੍ਰੋਜਨ ਦੀ ਡੈਫੀਸ਼ੀਐਂਸੀ ਆਉਂਦੀ ਹੈ ਤਾਂ ਨਾਈਟ੍ਰੋਜਨ ਦੀ ਡੈਫੀਸ਼ੀਐਂਸੀ ਜਿਹੜੇ ਓਲਡਰ ਲੀਵਸ ਨੇਗੇ ਬਹੁਤ ਜਲਦੀ ਆਪਣੀ ਸ਼ੋਅ ਕਰਨ ਲੱਗ ਜਾਂਦੇ ਨੇਗੇ ਠੀਕ ਹੈ ਕਲੋਰੋਸਿਸ ਬਟ ਹੇਅਰ ਇਨ ਦਿਸ ਕੇਸ ਇਸ ਕੇਸ ਦੇ ਵਿੱਚ ਕੀ ਹੋਏਗਾ ਕਿ ਅਗਰ ਤਾਂ ਫਾਸਫੋਰਸ ਦੀ ਡੈਫੀਸ਼ੀਐਂਸੀ ਹੁੰਦੀ ਹੈ ਦੈਟ ਵਿਲ ਲੈਡ ਟੂ ਦ ਸਟੰਡਨ ਗਰੋਥ ਔਰ ਜਿਹੜੀ ਗਰੋਥ ਹੈ ਬਿਲਕੁਲ ਖਤਮ ਹੋ ਜਾਏਗੀ ਦੈਟ ਵਿਲ ਲੈਡ ਟੂ ਦ ਸਟੋਪਿੰਗ ਆਫ ਦ ਗਰੋਥ ਠੀਕ ਹੈ ਐਂਡ ਇਟ in contrast to those lacking nitrogen are often dark green ਠੀਕ ਹੈ ਸੋ ਡਾਰਕ ਗ੍ਰੀਨ ਕਲਰ ਦੀ ਅਪੀਅਰੈਂਸ ਜਿਹੜੀ ਇਹਦੇ ਵਿੱਚ ਹੋਏਗੀ ਐਜ਼ ਵੈਲ ਐਜ਼ ਦੈਟ ਵਿਲ ਆਲਸੋ ਲੈਡ ਟੂ ਦ ਐਡੀਸ਼ਨ ਆਫ ਦ ਐਂਥੋਸਾਇਨਿਨ ਪਿਗਮੈਂਟਸ ਇਨ ਕੇਸ ਆਫ ਲੀਵਸ ਠੀਕ ਹੈ ਸੋ ਐਂਥੋਸਾਇਨਿਨ ਪਿਗਮੈਂਟਸ ਦੀ ਵੀ ਅਪੀਅਰੈਂਸ ਹੋ ਸਕਦੀ ਹੈ ਐਜ਼ ਵੈਲ ਐਜ਼ ਦ ਅਪੀਅਰੈਂਸ ਆਫ ਐਕਸਟਰਾ ਗ੍ਰੀਨ ਕਲਰ ਵੀ ਇਹਦੇ ਵਿੱਚ ਹੋ ਸਕਦਾ ਸੋ ਕਲੋਰੋਸਿਸ ਜਿਹੜੀ ਹੋਏਗੀ ਬਹੁਤ ਲੇਟ ਹੋਏਗੀ ਇਸ ਦੇ ਵਿੱਚ ਠੀਕ ਹੈ ਸੋ ਫਾਸਫੇਟ ਇਜ਼ that is easily redistributed in most plants from one organ to the another and is lost from the older leaves accumulating the younger leaves ठीक है developing flowers and seeds as a result deficiency symptoms occur first in more mature leaves as compared with that of the younger leaves ठीक है and plus their leaves
also show the premature abscission. ਪ੍ਰੀਮੈਚੁਰ ਐਬਸਿਸ਼ਨ ਵੀ ਜਿਹੜੀ ਹੈ ਉਹਦੇ ਵਿੱਚ ਆਪਾਂ ਦੇਖ ਸਕਦੇ ਹਾਂ, ਠੀਕ ਹੈ, ਕਿ ਲੀਵਸ ਜਲਦੀ ਫਾਲ ਆਫ ਕਰ ਸਕਦੇ ਹਾਂ। ਐਜ਼ ਵੈਲ ਐਜ਼ ਜਿਹੜੀ ਆਪਾਂ ਗੱਲ ਕੀਤੀ ਸੀ ਕਿ ਜੇ ਕਲੋਰੋਸਿਸ ਹੁੰਦੀ ਵੀ ਹੈ ਇਸ ਵਿੱਚ ਐਂਡ ਦੇ ਵਿੱਚ, ਦੈਟ ਵਿਲ ਫਰਦਰ ਲੈਡ ਟੂ ਦ ਨੈਕਰੋਸਿਸ ਇਨ ਦ ਸੈਂਸ ਡੈਡਿੰਗ ਆਫ ਦ ਸੈਲਸ। ਸੋ ਸੈਲਸ ਜਿਹੜੇ ਨੇ ਟੋਟਲੀ ਹੀ ਖਤਮ ਹੋ ਜਾਂਦੇ ਨੇ। ਕਲੋਰੋਸਿਸ ਦੇ ਵਿੱਚ ਤਾਂ ਇਹ ਸੀ ਨਾ ਕਿ ਕਲੋਰੋਫਿਲ ਕੰਟੈਂਟ ਖਤਮ ਹੋ ਜਾਂਦਾ ਹੌਲੀ ਹੌਲੀ ਕੀ ਹੈ, ਬਾਕੀ ਤਾਂ ਫਿਜ਼ੀਓਲੋਜੀਕਲ ਰੋਲਸ ਜਿਹੜੇ ਆ ਉਹ ਘੱਟ ਜਾਂਦਾ ਵਾ, ਉਸਦਾ ਰੇਟ ਘੱਟ ਜਾਂਦਾ ਵਾ। ਬਟ ਇਨ ਕੇਸ ਆਫ ਨੈਕਰੋਸਿਸ ਦੇ ਵਿੱਚ ਕੰਪਲੀਟਲੀ ਜਿਹੜਾ ਸੈੱਲ ਹੈ ਉਹ ਖਤਮ ਹੋ ਜਾਏਗਾ। ਸੋ ਦੈਟ ਇਜ਼ ਨੋਨ ਐਜ਼ ਨੈਕਰੋਸਿਸ, ਠੀਕ ਹੈ। ਐਂਡ ਪਲੱਸ ਇਸ ਦੇ ਵਿੱਚ ਕੀ ਹੈ ਕਿ ਸਕੋਚਿੰਗ ਜਿਹੜੀ ਹੈ ਉਹ ਟੇਕ ਪਲੇਸ ਹੁੰਦੀ ਹੈ। ਸਕੋਚਿੰਗ ਐਜ਼ ਵੈਲ ਐਜ਼ ਦਾ ਡਿਸਟੋਰਸ਼ਨ ਆਫ ਲੀਵਸ ਵਿਲ ਬੀ ਟੇਕ ਪਲੇਸ ਜਸਟ ਲਾਈਕ ਦੈਟ ਆਫ ਦਾ ਜ਼ਿੰਕ ਡੈਫੀਸ਼ੀਐਂਸੀ। ਜਿਵੇਂ ਜ਼ਿੰਕ ਡੈਫੀਸ਼ੀਐਂਸੀ ਦੇ ਵਿੱਚ ਹੁੰਦਾ ਵਾ ਸਕੋਚਿੰਗ ਇਨ ਦਾ ਸੈਂਸ ਬਰਾਊਨਿੰਗ ਔਰ ਪਲੱਸ ਕਰਲਿੰਗ ਜਿਹੜੀ ਹੈ ਲੀਵਸ ਦੇ ਵਿੱਚ ਹੋਣੀ ਸ਼ੁਰੂ ਹੋ ਜਾਂਦੀ ਹੈ। ਦੈਟ ਆਲਸੋ ਦ ਮੇਨ ਡੈਫੀਸ਼ੀਐਂਸੀ ਸਿੰਪਟਮ ਆਫ ਦਾ ਫਾਸਫੋਰਸ, ਠੀਕ ਹੈ। Next is sulfur. Sulfur ਜਿਹੜਾ ਵਾ that mainly reduced form in case of living things, ਠੀਕ ਹੈ। disulfide form ਦੇ ਵਿੱਚ ਜਿਹੜੇ ਹੈ ਇਹ ਜ਼ਿਆਦਾ available ਹੁੰਦੇ ਹਨ। they are highly stable than that of the dioxide form, ਠੀਕ ਹੈ। and they will permitting the as such participation in the redox reaction। ਇਹ redox reaction ਦੇ ਵਿੱਚ ਵੀ ਤੁਹਾਨੂੰ ਦੇਖਿਆ ਹੋਣਾ as such ਜਿਹੜਾ ਵਾ। and plus it is also absorbed from the soil in the form of sulfate। so sulfate ਦੀ form ਦੇ ਵਿੱਚ ਵੀ easily plants ਦੇ ਕੋਲ available ਹੈ in form of sulfate, ठीक है। though that of the small quantity of the sulfur dioxide। so sulfur dioxide ਦੇ comparatively ਜਿਹੜਾ sulfate ਹੈ ਉਹ ਇਹ content ਜਿਹੜਾ ਵਾ soil ਦੇ ਵਿੱਚ ਜ਼ਿਆਦਾ available ਹੁੰਦਾ and it is lower toxic one than that of the sulfur dioxide, ਠੀਕ ਹੈ। and ਇਹਦਾ function ਕੀ ਹੈ sulfur ਦਾ। and sulfur ਜਿਹੜੇ such as sulfur groups ਨੇਗੇ they also forming the hydrogen bonds that is known as the sulfhydryl bonds or the sulfhydryl linkages ਜਿਹਨੂੰ ਆਪਾਂ ਕਹਿੰਦੇ ਹਾਂ, ਠੀਕ ਹੈ। and they are the main groups that are the reactive sites of the enzymes। ਜਿੱਥੇ ਬਾਕੀ ਦੇ coenzymes ਜਾਂ ਬਾਕੀ ਹੋਰ ਕੋਈ reactions ਨਹੀਂ ਹੈ ਉਸ ਸਾਈਡ ਦੇ ਉੱਤੇ easily bind up ਹੋ ਜਾਂਦੇ ਨੇਗੇ, ਠੀਕ ਹੈ। ਸੋ ਆਪਾਂ ਹੁਣੀ ਗੱਲ ਕੀਤੀ ਹੈ ਸਲਫੇਟ ਫਾਰਮ ਜਿਹੜੀ ਆ they are the most abundant form that is available to the plants, ठीक है। and sulfate the reduction ਜਿਹੜੀ ਹੈ it is very energy intensive and occur mainly in the chloroplast। so chloroplast ਦੇ ਵਿੱਚ ਇਹਦੀ reduction ਜਿਹੜੀ ਹੈ take place ਹੋਏਗੀ। and ਇਹਦਾ ਇੱਕ ਹੋਰ ਕੰਮ ਵੀ ਹੈ। so it is basically a constant of two particular amino acids ਲਾਈਕ ਸਿਸਟਿਨ ਹੋ ਗਿਆ, ਸਿਸਟਿਨ ਦਾ ਹੀ ਮੇਨ ਕੰਪੋਨੈਂਟ ਹੈ, ਠੀਕ ਹੈ। ਐਜ਼ ਵੈਲ ਐਜ਼ ਦਾ ਮਿਥਿਓਨੀਨ। ਸਿਸਟਿਨ ਔਰ ਮਿਥਿਓਨੀਨ ਦਾ ਕਹਿ ਲਓ ਕਿ ਜਿਹੜਾ ਇਹਦਾ ਸਟਰਕਚਰ ਹੈ ਦੋਨਾਂ ਅਮੀਨੋ ਐਸਿਡਸ ਦਾ ਉਸ ਦੇ ਵਿੱਚ ਕੀ ਹੈ ਸਲਫਹਾਈਡਰਾਈਲ ਲਿੰਕੇजेस ਜਿਹੜੀਆਂ ਨੇ ਪ੍ਰੈਜ਼ੈਂਟ ਹੁੰਦੀਆਂ। ਸੋ ਇਟ ਇਜ਼ ਦੇਅਰਫੋਰ ਅਸੈਂਸ਼ੀਅਲ ਫॉर द ਫਾਰਮੇਸ਼ਨ ਆਫ ਪ੍ਰੋਟੀਨਸ। ਸੋ ਆਬਵੀਅਸ ਹੈ ਅਮੀਨੋ ਐਸਿਡਸ ਤੋਂ ਕਹਿ ਲਓ ਕਿ ਬਾਅਦ ਚੋਂ ਕੀ ਬਣਦੇ ਨੇ ਆਪਣੇ ਕੋਲ ਪ੍ਰੋਟੀਨਸ ਦੀ ਫਾਰਮੇਸ਼ਨ ਹੁੰਦੀ ਹੈ, ਠੀਕ ਹੈ। ਐਂਡ ਦੇ ਆਰ ਆਲਸੋ ਦ ਕੰਪੋਨੈਂਟ ਆਫ ਟੂ ਟਾਈਪਸ ਆਫ ਵਿਟਾਮਿਨਸ ਲਾਈਕ ਵਿਟਾਮਿਨ B1 ਐਜ਼ ਵੈਲ ਐਜ਼ ਅ ਵਿਟਾਮਿਨ H ਜਾਂ ਜਿਹਨੂੰ ਤੁਸੀਂ ਕਹਿੰਦੇ ਹੋ ਬਾਇਓਟੀਨ, ਠੀਕ ਹੈ ਨਾ। ਸੋ ਉਹਨਾਂ ਦਾ ਵੀ ਮੇਨ ਇਹ ਪਾਰਟ ਹੈ, ਠੀਕ ਹੈ, ਸਲਫਰ, ਕਿਉਂਕਿ ਉਸ ਦੇ ਵਿੱਚ ਵੀ ਸਲਫਰ ਜਿਹੜਾ ਗਰੁੱਪ ਹੈ ਉਹ ਅਵੇਲੇਬਲ ਹੁੰਦਾ ਦੈਟ ਇਜ਼ ਇਨ ਕੇਸ ਆਫ ਵਿਟਾਮਿਨ B1 ਐਜ਼ ਵੈਲ ਐਜ਼ ਦਾ ਵਿਟਾਮਿਨ H, ਠੀਕ ਹੈ। ਐਂਡ ਪਲੱਸ ਇਨ ਕੇਸ ਆਫ ਕੋਐਂਜ਼ਾਈਮਸ ਲਾਈਕ ਕੋਐਂਜ਼ਾਈਮ A ਹੋ ਗਿਆ, ਲਿਪੋਇਕ ਐਸਿਡ ਹੋ ਗਿਆ, ਗਲੂਟੇਥੀਓਨ ਹੋ ਗਿਆ, ਪੈਰਾਡੋਕਸਿਨ ਹੋ ਗਿਆ। ਸੋ ਦੈਟ ਆਰ ਆਲਸੋ ਕੈਰਿੰਗ ਦਾ ਸਲਫਰ ਗਰੁੱਪ, ਠੀਕ ਹੈ। ਸੋ ਇਸ ਦੀ ਡੈਫੀਸ਼ੈਂਸੀ ਜਿਹੜੀ ਹੈ ਇਟ ਇਜ਼ ਨਾਟ ਕਾਮਨ, easily common one ਨਹੀਂ ਹੈਗੀ, ਠੀਕ ਹੈ, due to heavy combustion of fossil fuel as well as abundant occurrence of the sulfides, ਠੀਕ ਹੈ। ਸੋ ਇਹਦੀ ਜਿਹੜੀ ਡੈਫੀਸ਼ੈਂਸੀ ਹੈ ਕਹਿ ਲਓ ਕਿ ਜਲਦੀ ਦੇ ਨਾਲ ਨਹੀਂ ਹੋ ਸਕਦੀ ਹੈਗੀ ਪਲਾਂਟਸ ਨੂੰ ਬਿਕੋਜ਼ ਇਹ ਈਜ਼ਲੀ ਅਵੇਲੇਬਲ ਹੈਗੇ ਟੂ ਦੈਟ ਆਫ ਦ ਪਲਾਂਟਸ, ਠੀਕ ਹੈ। ਸੋ ਜਿਹੜੀ ਕਲੋਰੋਸਿਸ ਹੈ ਹਾਂ ਇਸ ਦੇ ਵਿੱਚ ਜਿਵੇਂ ਉਹਨਾਂ ਦੇ ਵਿੱਚ ਬਾਕੀਆਂ ਦੇ ਵਿੱਚ ਆਪਾਂ ਗੱਲ ਕੀਤੀ ਹੈ ਕਿ ਕਲੋਰੋਸਿਸ ਅਪੀਅਰ ਹੁੰਦੀ ਹੈ ਸੋਰੀ। ਸੋ ਜਨਰਲ ਕਲੋਰੋਸਿਸ ਵੀ ਇਸ ਦੇ ਵਿੱਚ ਅਕਰ ਹੋਏਗੀ ਆਫ ਲੀਵ ਇਨਕਲੂਡਿੰਗ ਦਾ ਵੈਸਕੂਲਰ ਬੰਡਲਸ। ਸੋ ਵੈਸਕੂਲਰ ਬੰਡਲਸ ਦੇ ਵਿੱਚ ਵੀ ਕਹਿ ਲਓ ਕਿ ਜਿਹੜਾ ਉਸ ਦੀ ਕਹਿ ਲਓ ਕਿ ਫਲੂਇਡ ਕੰਟੈਂਟ ਹੈ ਜਾਂ ਸੈਪ ਕੰਟੈਂਟ ਹੈ ਉਸ ਦੇ ਵਿੱਚ ਕਮੀ ਆ ਜਾਂਦੀ ਹੈ, ਠੀਕ ਹੈ। ਐਂਡ ਸਲਫਰ ਇਜ਼ ਨਾਟ ਈਜ਼ਲੀ ਰੀਡਿਸਟਰੀਬਿਊਟਡ
immobile है from that of the mature tissue in some species. So deficiencies are usually noted first in the younger leaves also. So क्योंकि आप पहले जी गल की सी नाइट्रोजन या फास्फोरस की वो की सी दे आर द ईजली मोबाइल वन ने तो ऑबवियस है अगर ओल्डर के कोल अगर थोड़ी बहुत कंसनट्रेशन अवेलेबल भी होगी दैट कैन टू बी ईजली ट्रांसपोर्टेड टुवर्ड्स द यंगर लीव्स. बट हेयर इन दिस केस सल्फर ਜਿਹੜਾ ਵਾ इट इज़ नॉट मोबिलाइज्ड वन. सो जिससे करके मोबिलिटी ना होने करके की है सो ये ईजली यंगर लीव्स वाल ਨੂੰ नहीं पहुँच पाता है. सो जिससे करके ये डेफिशिएंसी सिम्टम्स लीव्स ਦੇ ਵਿੱਚ ਵੀ ਆਪਾਂ ਨੂੰ ਨਜ਼ਰ ਆਉਂਦੇ ਆ. क्लियर. नेक्स्ट इज़ पोटाशियम ਜਿਹੜਾ ਵਾ it is absorbed in the form of potassium ion, that is this form K positive ion. ठीक है. So dominant cation form है in case of plants. So K positive activator है, many enzymes है, ठीक है, and that are essential for photosynthesis. ये तुसी पढ़ा ही है, as well as respiration जे थोड़ा बहुत याद होवे थोनू. And it also activates the enzyme needed to form the starch as well as the proteins. ठीक है. So इन्हां दी formation ਦੇ ਵਿੱਚ ਵੀ ਕੰਮ ਕਰਦਾ ਵਾ. So potassium ion is quite mobile in the plant because there are many membrane carrier systems adapted to that of the potassium ion. जब ਤੁਸੀਂ ਸੁਣਿਆ ਹੋਵੇ potassium sodium potassium pumps ਹੋ ਗਏ. So ਇੱਕ ਤਰ੍ਹਾਂ ਦੇ ਉਹਨਾਂ ਦੀ carryability ਹੈ because they get to be easily diffused from one side of the cell towards the another side. So that means they are the quite mobile one. ठीक है. By means of the protein carriers. ठीक है. So it is a major contributor to that of the osmotic potential of the cells. ये आप पढ़े ही है. And therefore to their turgor pressure also. ठीक है. And potassium ion regulation of osmotic potential, and that is the basis for the turgor movements in plants. आप पढ़े हैं in case of stomatal opening and closing as well as the leaf movements. That is in case of nastic movements. Nastic means touch me not plant ਦੇ ਵਿੱਚ ਜਿਵੇਂ ਹੁੰਦੀ ਹੈ ਕਿ ਉਹ ਜਿਵੇਂ ਆਪਾਂ ਛੁੰਨੇ ਆ ਉਹ ਈਜ਼ੀਲੀ ਕੰਟਰੈਕਟ ਆਨ ਕਰ ਜਾਂਦੇ ਆ. ਸੋ ਦੈਟ ਇਜ਼ ਆਲਸੋ ਮੇਨਟੇਨਡ ਬਾਈ ਦ ਪੋਟਾਸ਼ੀਅਮ ਆਇਨਸ. ਠੀਕ ਹੈ. ਸੋ ਪੋਟਾਸ਼ੀਅਮ ਆਇਨ ਦੀ ਕੰਸਨਟ੍ਰੇਸ਼ਨ ਦੇ ਨਾਲ ਹੀ ਉਹਨਾਂ ਦੀ ਕੰਟਰੈਕਸ਼ਨ ਔਰ ਰਿਲੈਕਸੇਸ਼ਨ ਜਿਹੜੀ ਹੈ टेक प्लेस होती है. एंड पोटेशियम की जी डेफिशिएंसी है so like that of the nitrogen, phosphorus, potassium ion भी ਜਿਹੜੇ ਹੈ they get to be easily redistributed from the mature to the younger organs. So symptoms ਜਿਹੜੇ ਹੈ first appear in the older leaves ਦੇ ਵਿੱਚ ਆएंगे. and leaves ਜਿਹੜੇ ਆ ਉਹਨਾਂ ਦੇ ਤੇ ਕੀ ਹੈ necrotic lesions ਹੋਣਗੇ. ਨੈਕਰੋਟਿਕ ਲੈਜ਼ਨਸ ਇਨ ਦਾ ਸੈਂਸ ਮੀਨਸ ਪੈਚਿਸ ਫਾਰਮ ਬਣੇ ਹੋਏਗੇ. ਲਾਈਕ ਜਿਵੇਂ ਤੁਹਾਨੂੰ ਇੱਥੇ ਦਿਖ ਵੀ ਰਿਹਾ ਵਾ ਪੈਚਿਸ ਫਾਰਮ ਦੇ ਵਿੱਚ ਬਣੇ ਹੋਏ ਨੇਗੇ. ਸੋ ਇਸ ਦੇ ਵਿੱਚ ਨੈਕਰੋਟਿਕ ਜਿਹੜੇ ਆ ਆਪਣੇ ਕੋਲ ਕਹਿ ਲਓ ਕਿ ਪੈਚਿਸ ਬਣੇ ਹੋਣਗੇ ਜਿਹੜੇ ਥੋੜ੍ਹੇ ਬਹੁਤ ਕਹਿ ਲਓ ਕਿ ਲਾਈਟ ਗ੍ਰੀਨ ਇਨ ਕਲਰ ਹੋਣਗੇ. ਠੀਕ ਹੈ. ਐਜ਼ ਵੈਲ ਐਜ਼ ਲਾਈਟ ਕਲੋਰੋਸਿਸ ਆਲਸੋ ਟੇਕ ਪਲੇਸ. ਜਿਹੜੇ ਟਿਪਸ ਨੇਗੀਆਂ ਟਿਪ ਪੋਰਸ਼ਨ ਜਿਹੜਾ ਵਾ ਹੌਲੀ ਹੌਲੀ ਪਹਿਲਾਂ ਉਹ ਖਤਮ ਹੋਣਾ ਸ਼ੁਰੂ ਹੁੰਦਾ ਵਾ ਬਿਕੋਜ਼ ਨੈਕਰੋਸਿਸ ਇਨ ਦਾ ਸੈਂਸ ਡੈਟਨ ਸੋ ਡੈਡਿੰਗ ਆਫ ਦਾ ਸੈਲਸ. ਸੋ ਫਸਟ ਜਿਹੜੀ ਡੈਥ ਹੈ or that will be taken place at the tip portion. ठीक है. and ਜਿਹੜੇ potassium deficient cereals होंगे they will develop the weak stem so that they easily be fall off. ठीक है. as well as scorching will be take place just like that of the previous ones. ਜਿਵੇਂ ਆਪਾਂ ਸਲਫਰ ਦੀ ਆਪਾਂ ਗੱਲ ਕੀਤੀ ਸੀ scorching ਉਹਨਾਂ ਦੇ ਵਿੱਚ ਹੁੰਦੀ ਸੀ that will lead to the browning as well as the curling and necrosis ਦੀ ਆਪਾਂ ਗੱਲ ਕੀਤੀ ਹੈ. ਠੀਕ ਹੈ. ਸੋ ਜਿਹੜੀ growth ਹੈ growth ਵੀ ਇਹਨਾਂ ਦੇ ਵਿੱਚ ਘਟ ਜਾਂਦੇ ਆ due to the reduced apical activity. ਔਰ ਜਿਹੜੀ ਇਹਨਾਂ ਦੀ internodes ਨੇਗੀਆਂ plants ਦੀਆਂ ਉਹ ਵੀ short ਹੋ ਜਾਂਦੀਆਂ ਨੇ and stem becomes weak and root become prone to attack by the fungi. So that will lead to the also led to the loss of apical dominance also. ठीक है ना. apical dominance तो शायद ਤੁਸੀਂ टर्म समझते होंगे कि ਜਿਹੜਾ टिप पोर्शन वाला ਜਾਂ ਐਪੀਕਲ ਪੋਰਸ਼ਨ ਵਾਲਾ ਜਿਹੜਾ ਫਲਾਰ ਹੈ ਉਹ ਬਾਕੀ ਦੇ ਲੇਟਰਲ ਫਲਾਰਸ ਨੂੰ ਕਹਿ ਲਓ ਕਿ ਗਰੋ ਨਹੀਂ ਹੋਣ ਦਿੰਦਾ ਹੈਗਾ. ਦੈਟ ਇਜ਼ ਨੋਨ ਐਜ਼ ਐਪੀਕਲ ਡੋਮੀਨੈਂਸ. ਸੋ ਉਸ ਚੀਜ਼ ਤੋਂ ਵੀ ਇਹ ਪ੍ਰੀਵੈਂਟ ਕਰਦਾ ਵਾ ਅਗਰ ਇਹਦੀ ਡੈਫੀਸ਼ੀਐਂਸੀ ਹੋ ਜਾਂਦੀ ਹੈ. ਸੋ ਨੈਕਸਟ ਇਜ਼ ਦ ਕੈਲਸ਼ੀਅਮ ਆਇਨਸ. ਸੋ ਕੈਲਸ਼ੀਅਮ ਆਇਨਸ ਹਾਈਲੀ ਅਵੇਲੇਬਲ ਆਇਨਿਕ ਫਾਰਮ ਦੈਟ ਇਜ਼ ਇਨ ਦ ਫਾਰਮ ਆਫ Ca2 positive ions. ठीक है. कैटाइन फॉर्म ਦੇ ਵਿੱਚ ਆਪਣੇ ਕੋਲ ਅਵੇਲੇਬਲ ਹੈ that is the divalent cation form and it is a most important component of the cell wall the component part है plus it will stabilizes the polysaccharides also by forming the intermolecular complexes with that of the carboxyl group of the pectins. Calcium is also important for maintaining the safety of the membranes especially the plasma membrane. ठीक है. because calcium ion concentration ਜਿਹੜੀ ਹੈ ਉਸਦੀ osmoregulatory ਨੂੰ ਵੀ ਮੇਨਟੇਨ ਕਰਕੇ ਰੱਖਦੀ ਹੈ
and free ਜਿਹੜੀ calcium concentration ਹੈ in case of cytosol is very low, and that is about 10 to 7 molar concentration, ठीक है. And some hormonal or environmental signals raise the free calcium ion concentration to that of the 10 to 6 or 10.6 to 10.5 molar, ठीक है. And here this calcium, when they receives any kind of changes in them, they are basically associated that of the hormones mainly ਕਿਹੜੇ ਹਾਰਮੋਨ ਦੇ ਨਾਲ ਇਹ ਰੈਗੂਲੇਟ ਹੁੰਦੇ ਹਨ, that are the gibberellins or the ਜਿਹਨੂੰ ਆਪਾਂ ਕਹਿੰਦੇ ਜਿਬਰੈਲਿਕ ਐਸਿਡਸ, ਔਰ ਕਹਿ ਲਓ ਕਿ ਇਹ ਐਨਵਾਇਰਮੈਂਟਲ ਸਿਗਨਲਸ ਨੂੰ ਪਕੜਨ ਦੇ ਵਿੱਚ ਵੀ ਕੈਪੇਬਲ ਨੇ, ਬਿਕੋਜ਼ ਦੇ ਆਰ ਆਲਸੋ ਕੈਰਿੰਗ ਦ ਕਪਲ ਪ੍ਰੋਟੀਨ ਰਿਸੈਪਟਰਸ, ਜਾਂ ਜਿਨ੍ਹਾਂ ਨੂੰ ਤੁਸੀਂ ਕਹਿੰਦੇ ਹੋ ਜੀ ਰਿਸੈਪਟਰਸ ਦੇ ਨਾਲ ਇਹ ਕੀ ਹੈ ਕਿ ਜੀ ਰਿਸੈਪਟਰਸ ਜਿਹੜੇ ਆ ਸਿਗਨਲ ਨੂੰ ਜਿੱਦਾਂ ਹੀ ਪਕੜ ਦੇਣਗੇ, ਦੈਟ ਵਿਲ ਲੈਡ ਟੂ ਦ ਇਨੀਸ਼ੀਏਸ਼ਨ ਆਫ ਦ ਕੈਲਸ਼ੀਅਮ ਕੈਰਿੰਗ ਸਿਗਨਲਸ in the sense they will activate the second messenger, because these calcium ions will act as a second messenger ਦਾ ਕੰਮ ਕਰਦੇ ਹਨ, ਜੋ ਫਰਦਰ ਕਹਿ ਲਓ ਕਿ ਜੋ ਪਲਾਂਟਸ ਦੇ ਵਿੱਚ ਫਿਜ਼ੀਓਲੋਜੀਕਲ ਰੋਲ ਹੁੰਦੇ ਨੇ ਉਸ ਦੀ ਐਕਟੀਵੇਸ਼ਨ ਦੇ ਵਿੱਚ ਇਹ ਹੈਲਪ ਕਰਦੇ ਨੇਗੇ, ਲਾਈਕ ਇਨ ਕੇਸ ਆਫ ਜਿਬਰੈਲਿਕ ਐਸਿਡ. ਸੋ ਜਿਬਰੈਲਿਕ ਐਸਿਡ ਦੇ ਵਿੱਚ ਕੈਲਸ਼ੀਅਮ ਡਿਪੈਂਡੈਂਟ ਪਾਥਵੇ ਜਿਹੜਾ ਵਾ ਉਹ ਅਕਰ ਕਰਦਾ ਵਾ, ਦੈਟ ਵਿਲ ਅਲਾਓ ਦੀ ਫਾਰਮੇਸ਼ਨ ਆਫ ਅਮਾਈਲੇਸਿਸ ਐਂਜ਼ਾਈਮ ਦਾ ਕੰਮ ਕੀ ਹੁੰਦਾ ਵਾ, ਸਟਾਰਚ ਦੀ breakdown karna during the time of seed germination. So they will play a major role in that particular content, ठीक है. उस तो बाद क्या है कि अगर कैल्शियम की डेफिशिएंसी होंदी है, that will cause the degeneration of the meristematic region ਦੀ ਕਹਿ ਲਓ ਕਿ ਡੀਜਨਰੇਸ਼ਨ ਟੇਕ ਪਲੇਸ ਹੋਏਗੀ, ਉਸ ਦੇ ਕਮੀ ਆਏਗੀ ਜਾਂ ਡੈਡਿੰਗ ਹੋ ਜਾਏਗੀ ਉਸ ਦੀ, ਠੀਕ ਹੈ. that is because of the fragility of the chromosomes produced by it, ਠੀਕ ਹੈ. and plus roots ਜਿਹੜੀਆਂ ਹੋਣਗੀਆਂ, they are the first to show the symptoms of the calcium deficiency. They become more translucent and they stop the apical growth. root hairs ਜਿਹੜੇ ਹੋਣਗੇ, that become the bulbous type of swelling in some cases, ਠੀਕ ਹੈ. and plus they also shows the chlorosis type of appearance than that of the necrosis. So chlorosis type of appearance ਇਹਨਾਂ ਦੇ ਵਿੱਚ take place ਹੋਏਗੀ. So younger leaves they get distorted and symptoms appear first in the younger tissue as the calcium ion is not very mobile one, ठीक है. So as well as they will also showing the apical withering, rolling, curling, just like that of the previous cases. So ਇਸ ਤਰੀਕੇ ਨਾਲ ਇਹਦੀ ਡੈਫੀਸ਼ੀਐਂਸੀ ਜਿਹੜੀ ਲੀਵਸ ਦੇ ਵਿੱਚ ਆਪਾਂ ਦੇਖ ਸਕਦੇ ਹਾਂ. ਨੈਕਸਟ ਇਜ਼ ਮੈਗਨੀਸ਼ੀਅਮ ਜਿਹੜਾ ਵਾ Mg2 ਪੋਜ਼ਿਟਿਵ ਆਇਨ ਫਾਰਮ ਦੇ ਵਿੱਚ, ਡਾਈਵੈਲੈਂਟ ਕੈਟਾਇਨ ਫਾਰਮ ਦੇ ਵਿੱਚ ਆਪਣੇ ਕੋਲ ਅਵੇਲੇਬਲ ਹੈ, ਐਂਡ ਦੇ ਸ਼ੋਇੰਗ ਐਂਜ਼ਾਈਮੈਟਿਕ ਕੈਟਾਲਿਸਿਸ ਪ੍ਰੋਪਰਟੀ. ਆਈ ਹੋਪ ਤੁਹਾਨੂੰ ਪਤਾ ਹੀ ਹੈ, ਦੈਟ ਇਜ਼ ਇਨ ਕੇਸ ਆਫ ਫੋਟੋਸਿੰਥਸਿਸ ਦੇ ਵਿੱਚ ਹਾਈਲੀ ਰਿਕੁਆਇਰਡ ਵਨ ਹੈ. ਦੈਟ ਇਜ਼ ਅ ਮੇਨ ਕੌਂਸਟੈਂਟ ਆਫ ਕਲੋਰੋਫਿਲ ਆਲਸੋ, ਠੀਕ ਹੈ. ਕਲੋਰੋਫਿਲ ਦਾ ਮੇਨ ਕੰਪੋਨੈਂਟ ਵੀ ਹੈ. ਪਲੱਸ ਇਟ ਇਜ਼ ਆਲਸੋ ਇਨਵੋਲਵਡ ਇਨ ਮੈਨੀ ਰਿਐਕਸ਼ਨਸ ਇਨਵੋਲਵਿੰਗ ਦ ADP ਐਜ਼ ਵੈਲ ਐਜ਼ ਦ ATP, as well as they will activate the enzymes for the DNA and RNA synthesis also, and activate the key enzymes involved in the carbon dioxide fixation. Structural role in case of membrane, especially in case of organelles. So magnesium ਦੇ ਤਾਂ ਬਹੁਤ ਸਾਰੇ ਆਪਾਂ ਕਹਿ ਲਈਏ ਕਿ ਯੂਜ਼ਸ ਨੇਗੀਆਂ, ਲਾਈਕ ਜਿਵੇਂ ਤੁਸੀਂ ਕਰਦੇ ਹੋ ਇਨ ਕੇਸ ਆਫ ਫੋਟੋਸਿੰਥਸਿਸ ਹੈ, ਜਿਵੇਂ ਹੈਕਸੋਕਾਈਨੇਜ਼ ਐਂਜ਼ਾਈਮ ਹੋ ਗਿਆ, ਫਾਸਫੋਪੈਂਟੋਕਾਈਨੇਜ਼ ਐਂਜ਼ਾਈਮ ਹੋ ਗਿਆ, ਇਨੋਲੇਜ਼ ਐਂਜ਼ਾਈਮ ਹੋ ਗਿਆ, ਕਾਈਨੇਜ਼ ਐਂਜ਼ਾਈਮ ਹੋ ਗਿਆ, phosphoglycidic kinase ho gaya. So they are the number of enzymes which are requiring the magnesium ions as their cofactor ਦਾ ਬੇਸਿਕਲੀ ਇਹ ਕੰਮ ਕਰਦਾ ਵਾ, ਕਿਉਂਕਿ ਅਗਰ ਇਹ ਅਵੇਲੇਬਲ ਨਹੀਂ ਹੋਏਗਾ ਤਾਂ ਰਿਐਕਸ਼ਨ ਜਿਹੜੀ ਹੈ ਫਰਦਰ ਪ੍ਰੋਸੀਡ ਨਹੀਂ ਹੋ ਪਾਏਗੀ, ਠੀਕ ਹੈ. ਸੋ ਬੀਇੰਗ ਅ ਕੌਂਸਟੈਂਟ ਆਫ ਦ ਕਲੋਰੋਫਿਲ, ਲੈਕ ਆਫ ਮੈਗਨੀਸ਼ੀਅਮ ਜਿਹੜਾ ਵਾ that will lead to the extensive intravenous क्लोरोसिस होएगी कि जो अपने को लीव्स से सपोज दिस इज लीव, अपने को वेन्स आ गए, मिडरिप आ गया, वेन्स आ गया, फर्दर वेनलेट्स हो गए, इतने क्लियर नहीं होना, रुको. दिस इज द लीव, आ गया अपने को मिडरिप, आ गया अपने को वेन्स, आ गए वेनलेट्स, then we are having like in this way. So chlorosis ਜਿਹੜੀ ਹੈ
इन्हां वेन्स दे आले दुआले तुहानूं नज़र आएगी लाइक इन दिस वे ऐदा करके आ वेन्स दे आले दुआले तुहानूं क्लोरोसिस जिहड़ी आ ਉਹ नज़र आएगी so that's why it is known as the interveneal chlorosis which starts from the basal leaves that are the older one and progressive to the younger leaves as the magnesium is highly mobile one ठीक है next is iron so iron है Fe2 positive ਜਿਹੜੀ highly available form है but वैसे तो Fe2 positive भी है as well as the Fe3 positive भी है that plays a major role in case of oxidation as well as the reduction properties ठीक है so iron ਜਿਹੜਾ ਵਾ forms a locus for the electron transport in many enzymes that is in case of electron transport system also like here we are having the cytochromes peroxidases catalyzes ठीक है and also required for the chlorophyll synthesis also ठीक है iron is difficult cation for the plants to handle since it readily precipitates ठीक है so iron ਜਿਹੜਾ ਵਾ most important form ਜਿਹੜੀ ਆ ਆਪਣੇ ਕੋਲ available ਹੈ as well as ਜਿਹੜੀ pH ਹੈ soil ਦੀ that will raises and Fe2 positive it get to be oxidized towards the Fe2 get oxidized towards the Fe3 positive ਲਾਈਕ ਇਨ ਦੈਟ ਵੇ ਠੀਕ ਹੈ ਜਦੋਂ ਕਹਿ ਲਓ ਕਿ ਪੀਐਚ ਜਿਹੜੀ ਹੈ ਸੋਇਲ ਦੀ ਰਾਈਜ਼ ਅਪ ਹੁੰਦੀ ਹੈ ਕਲੀਅਰ ਐਂਡ Fe2 positive ਜਿਹੜੀ ਹੈ that is a more abundant in case of acidic soil ਦੇ ਵਿੱਚ Fe2 positive form ਜਿਹੜੀ ਹੈ easily available ਹੁੰਦੀ ਹੈ higher form ਦੇ ਵਿੱਚ available ਹੈ and ਆਪਾਂ ਹੁਣੀ ਗੱਲ ਕੀਤੀ ਹੈ ਇਹਦਾ ਮੇਨ ਫੰਕਸ਼ਨ ਕੀ ਹੈ ਦੈਟ ਇਜ਼ ਦ ਮੇਨ ਕੌਂਸਟੈਂਟ ਆਫ ਦ ਸਾਈਟੋਕ੍ਰੋਮ ਫੈਰਾਡੋਕਸਿਨ ਹੁਣੀ ਆਪਾਂ ਇੱਥੇ ਗੱਲ ਕੀਤੀ ਹੈ ਸਾਈਟੋਕ੍ਰੋਮਸ ਆ ਪੈਰਾਡੋਕਸਿਨਸ ਆ ਕੈਟਾਲਾਈਸਿਸ ਆ ਠੀਕ ਹੈ ਫੈਰੀਕ੍ਰੋਮ ਦਾ ਹੋ ਗਿਆ ਫੈਰਾਡੋਕਸਿਨ ਦਾ ਹੋ ਗਿਆ ਨਾਈਟ੍ਰੋਜਨੇਜ਼ ਇੰਜ਼ਾਈਮ ਦਾ ਹੋ ਗਿਆ ਆਪਾਂ ਨਾਈਟ੍ਰੋਜਨੇਜ਼ ਇੰਜ਼ਾਈਮ ਦੇ ਵਿੱਚ ਵੀ ਪੜ੍ਹਿਆ ਵਾ ਠੀਕ ਹੈ ਨਾ and plus it is essential for the formation or the activity of the nucleic acids and plus synthesis of proteins also so synthesis proteins ਦੀ synthesis ਦੇ ਵਿੱਚ plus nucleic acids ਦੀ activity ਦੇ ਵਿੱਚ ਇਹਦੀ ਕਹਿ ਲਓ ਕਿ ਬਹੁਤ ਜ਼ਿਆਦਾ ਜ਼ਰੂਰਤ ਪੈਂਦੀ ਹੈ and ਜਿਹੜੀ excess iron form ਹੈ that is stored as a ferritin ਸੋ ਫੈਰੇਟਿਨ ਫਾਰਮ ਜਿਹੜੀ ਹੈ ਜ਼ਿਆਦਾਤਰ ਸਟੋਰਡ ਫਾਰਮ ਦੇ ਵਿੱਚ ਰਹਿੰਦੀ ਹੈ ਠੀਕ ਹੈ ਐਂਡ ਇਹਦੀ ਡੈਫੀਸ਼ੀਐਂਸੀ ਕੀ ਹੈ ਇਟ ਆਲਸੋ ਸ਼ੋਇੰਗ ਦ ਐਕਸਟੈਂਸਿਵ ਇੰਟਰਵੀਨਿੰਗ ਕਲੋਰੋਸਿਸ ਸਟਾਰਟਿੰਗ ਵਿਦ ਦ ਯੰਗਰ ਲੀਵਸ ਠੀਕ ਹੈ ਐਂਡ ਇਟ ਇਜ਼ ਰਿਲੇਟਿਵਲੀ ਇਮੋਬਾਈਲ ਵਨ just similar to that of the magnesium except in the younger leaves so younger leaves ਦੇ ਵਿੱਚ ਕੀ ਹੈ ਇਹ ਜਲਦੀ ਦੇ ਨੇ ਆਪਣੀ ਕਹਿ ਲਓ ਕਿ ਇੰਟਰਵੀਨਲ ਕਲੋਰੋਸਿਸ ਜਿਹੜੀ ਹੈ ਸ਼ੋ ਕਰ ਦਿੰਦਾ ਐਜ਼ ਕੰਪੈਰੇਟਿਵਲੀ ਦੈਟ ਆਫ ਦਾ 올ਡਰ ਲੀਵਸ ਸੋ ਬਾਕੀ ਸੇਮ ਉਵੇਂ ਹੀ ਹੈ ਜਿਵੇਂ ਆਪਾਂ ਪਿੱਛੇ ਗੱਲ ਕਰਕੇ ਆਏ ਇਨ ਕੇਸ ਆਫ ਮੈਗਨੀਸ਼ੀਅਮ ਠੀਕ ਹੈ ਨੈਕਸਟ ਆਉਂਦਾ ਕਾਪਰ ਹੁਣ ਕਾਪਰ ਜਿਹੜੀ ਹੈ that is also the important ਜਿਹੜੀ form ਆਪਣੇ ਕੋਲ available ਹੈ that is a Cu2 positive ion form that is the divalent form as well as a monovalent form also ਠੀਕ ਹੈ so it is also having a oxidation reduction properties calcium ਆ ਗਿਆ copper 2 positive ਤੋਂ ਆਪਣੇ copper positive divalent ਤੋਂ monovalent form ਵੀ ਜਿਹੜੀ ਹੈ ਉਹ exist ਕਰਦੀ ਹੈ ਠੀਕ ਹੈ and it enters the composition of number of enzymes like ascorbic acid हो गया oxidase ascorbic acid oxidase cytochrome oxidase हो गया tyrosinase हो गया ठीक है as well as the ribulose biphosphate carboxylase enzyme हो गया उत्थे copper ਦੀ requirement ਹੁੰਦੀ ਹੈ so they are the number of enzymes which are using the copper ਠੀਕ ਹੈ ਨਾ so copper ਦੀ form ਜਿਹੜੀ ਹੈ ਉਸ ਵਿੱਚ use ਹੁੰਦੀ ਹੈ since ਜਿਹੜੀ copper ਹੈ can exist in two forms and it can take a part in the electron transport system electron transport system ਦੇ ਵਿੱਚ ਕੰਮ ਕਰ ਸਕਦੇ in both cases of respiration as well as a photosynthesis ਠੀਕ ਹੈ so that means they plays a major role in case of physiological processes of the plant ਠੀਕ ਹੈ copper ਦੀ deficiency ਦੇ ਨਾਲ ਕੀ ਹੈ plant ਜਿਹੜੇ ਨੇ ਬਹੁਤ ਘੱਟ ਉਹਨਾਂ ਨੂੰ ਕਾਪਰ ਦੀ ਰਿਕੁਆਇਰਮੈਂਟ ਹੈ ਸੋ ਵੈਰੀ ਲਿਟਲ ਕਾਪਰ ਸੋ ਦੇ ਆਰ ਰੇਅਰਲੀ ਡੈਫੀਸ਼ੀਐਂਟ ਇਨ ਇਟ ਸੋ experimentally copper deficiency ਜਿਹੜੀ ਹੈ that lead to the distorted as well as a dark green younger leaves ਸੋ ਇਹ ਆਪਾਂ ਪਹਿਲਾਂ ਵੀ ਕੀਤਾ ਸੀਗਾ darker green younger leaves ਹੋਣਗੇ and plus ਜਿਹੜੀਆਂ ਸ਼ੂਟ ਟਿਪਸ ਹੋਣਗੀਆਂ
shoot tips ਜਿਹੜੀ ਹੋਣਗੇ they become twisted and pale white in color and they will get wilted and die. ਯੰਗਰ ਲੀਵਸ ਜਿਹੜੀਆਂ ਨੇ ਆ ਤੁਹਾਨੂੰ ਮੈਂ ਹੁਣੇ ਦੱਸਿਆ ਕਿ ਕਲੋਰੋਸਿਸ ਨੈਕਰੋਸਿਸ ਇਹਨਾਂ ਦੇ ਵਿੱਚ ਟੇਕ ਪਲੇਸ ਹੋਏਗੀ, ਠੀਕ ਹੈ। ਐਂਡ ਇਸ ਦੀ ਜਿਹੜੀ ਇੱਕ ਹੋਰ ਕਾਮਨ ਡੈਫੀਸ਼ੈਂਸੀ ਡਿਜ਼ੀਜ਼ ਜਿਹੜੀ ਹੈ ਦੈਟ ਇਜ਼ ਨੋਨ ਐਜ਼ ਅ ਰੈਕਲੇਮੇਸ਼ਨ ਡਿਜ਼ੀਜ਼। ਰੈਕਲੇਮੇਸ਼ਨ ਡਿਜ਼ੀਜ਼ ਵੀ ਕਹਿੰਦੇ ਨੇ ਐਜ਼ ਵੈਲ ਐਜ਼ ਅਨਦਰ ਡਿਜ਼ੀਜ਼ ਦੈਟ ਇਜ਼ ਨੋਨ ਐਜ਼ ਅ ਐਗਜ਼ੈਂਥੀਮਾ। ਐਗਜ਼ੈਂਥੀਮਾ ਦੇ ਵਿੱਚ ਕੀ ਹੈ, ਜਿਹੜੀ ਬਾਕ ਟਰੀ ਟਰੀ ਦੀ ਜਿਹੜੀ ਬਾਕ ਹੈ ਦੈਟ ਵਿਲ ਸ਼ੋ ਅ ਡੀਪ ਸਲਿਟਸ ਹੋਣਗੀਆਂ ਫਰੋਮ ਵਿਚ ਜਿਹੜੀ ਗਮ ਹੈ ਉਹ ਐਕਸਕਿਊਡ ਆਊਟ ਹੋਏਗੀ। ਵੇਅਰ ਐਜ਼ ਇਨ ਕੇਸ ਆਫ ਰੈਕਲੇਮੇਸ਼ਨ ਡਿਜ਼ੀਜ਼ ਦੈਟ ਵਿਲ ਲੈਡ ਟੂ ਦ ਵਾਈਡ ਸਪਰੈਡ ਪ੍ਰੈਜ਼ੈਂਸ ਇਨ ਦ ਰੈਕਲੇਮੇਡ ਲੈਂਡਸ ਆਫ ਦ ਯੂਰਪ, ਸੋ ਉਹਦੇ ਕਰਕੇ ਇਹਦਾ ਨਾਮ ਰੱਖਿਆ ਗਿਆ ਸੀਗਾ। ਸੋ ਇਨ ਦਿਸ ਕੇਸ ਦ ਟਿਪਸ ਆਫ ਦ ਯੰਗ ਲੀਵਸ ਅੰਡਰਗੋ ਕਲੋਰੋਸਿਸ। ਯੰਗ ਲੀਵਸ ਦੇ ਜਿਹੜੇ ਟਿਪ ਪੋਰਸ਼ਨ ਹੋਏਗੇ ਉਹਨਾਂ ਦੇ ਵਿੱਚ ਕਲੋਰੋਸਿਸ ਹੋਏਗੇ ਐਂਡ ਹੈਂਸ ਇਟ ਆਲਸੋ ਕਾਲਡ ਐਜ਼ ਅ ਲੀਵ ਟਿਪ ਡਿਜ਼ੀਜ਼। ਇਹਨੂੰ ਆਪਾਂ ਲੀਵ ਟਿਪ ਡਿਜ਼ੀਜ਼ ਵੀ ਕਹਿ ਦਿੰਦੇ ਹਾਂ। ਸੋ ਦੈਟ ਮੀਨਸ ਦੇ ਵਿਲ ਸ਼ੋ ਅ ਟੂ ਮੇਨ ਡਿਜ਼ੀਜ਼ਸ ਦੈਟ ਇਜ਼ ਦ reclamation disease as well as exanthema disease। ਐਗਜ਼ੈਂਥੀਮਾ ਦੇ ਵਿੱਚ ਕੀ ਹੈ, ਬਾਕ ਜਿਹੜੀ ਹੈ ਟਰੀ ਦੀ ਉਹਦੇ ਵਿੱਚ ਸਲਿਟਿੰਗ ਹੋ ਜਾਏਗੀ ਐਂਡ ਗਮ ਜਿਹੜੀ ਐਕਸਕਿਊਡ ਆਊਟ ਹੋਏਗੀ। ਵੇਅਰ ਐਜ਼ ਇਨ ਕੇਸ ਆਫ ਰੈਕਲੇਮੇਸ਼ਨ ਦੇ ਵਿੱਚ ਕੀ ਹੋਏਗਾ, ਸੋ ਦੈਟ ਵਿਲ ਲੈਡ ਟੂ ਦ ਯੰਗਰ ਲੀਵ ਟਿਪ undergo the chlorosis and that will showing the leaf tip disease, ਠੀਕ ਹੈ। ਸੋ ਇਹ ਜਿਹੜੇ ਮੇਨ ਇਹਦੇ ਕਹਿ ਲਓ ਕਿ ਡੈਫੀਸ਼ੈਂਟ ਕਹਿ ਲਓ ਕਿ ਸਿੰਪਟਮਸ ਜਿਹੜੇ ਨੇਗੇ ਐਗਜ਼ਿਸਟ ਕਰਦੇ ਆ ਕਾਪਰ ਦੇ। ਨੈਕਸਟ ਇਜ਼ ਦਾ ਮੋਲੀਬਡੇਨਮ ਜਿਹੜੀ ਹੈ it is also important for its oxidation reduction properties। key component है nitrate ductase enzyme ਦਾ ਆਪਾਂ ਪੜ੍ਹਿਆ ਹੀ ਹੈ, ਠੀਕ ਹੈ। where it is function as the electron carrier for the nitrate reduction as well as it is the important component in the organism that can carry out the nitrogen fixation also, ਠੀਕ ਹੈ। and ਜਿਹੜੀ ਇਹਦੀ ਮੇਨ ਫਾਰਮ ਜਿਹੜੀ ਐਗਜ਼ਿਸਟ ਕਰਦੀਆਂ ਨੇਗੀਆਂ that are the monovalent form as well as the divalent molybdates, ਠੀਕ ਹੈ, ਜਿਨ੍ਹਾਂ ਨੂੰ ਆਪਾਂ ਕਹਿੰਦੇ ਆ HMO in the sense molybdenum, MO oxygen. So this is a monovalent and MO for. So these are the main form, as well as they also exist in the form of tetravalent molybdenum 4 positive as well as a hexavalent. So these are the forms which are exist in case of the environment, ठीक है। so that will help in the nitrogen fixation। so is the ਜਿਹੜੀ deficiency है molybdenum ਦੀ is the ਜਿਹੜੀ deficiency होगी that will appear first in the older leaves in some species while in other they will found in case of the younger leaves। ਜਿਹੜੇ leaves ਹੋਣਗੇ that will show the light yellow mottled chlorosis, mottled intervenal chlorosis same ਉਵੇਂ show ਕਰੇਗਾ, ਠੀਕ ਹੈ। it is accompanied by a marginal necrosis and infolding। marginal necrosis in the sense like ਆ ਜਿਵੇਂ ਸਾਈਡਾਂ ਦੇ ਉੱਤੇ margin portion ਨੇਗੇ, like ਜਿਵੇਂ ਇੱਥੇ ਤਾਂ ਇੰਨਾ properly ਪਤਾ ਨਹੀਂ ਲੱਗ ਰਿਹਾ ਹੈਗਾ। so this is your leaf, like here we are having a intervenal necrosis, like that way joint and ਆਪਾਂ क्या marginal necrosis। ਜਿਹੜੇ ਮੈਂ ਬਲੈਕ ਨਾਲ ਰਿਪਰੈਜ਼ੈਂਟ ਕਰ ਰਹੀ ਹਾਂ, ਬਲੈਕ ਦੇ ਨਾਲ ਇਨ ਦਾ ਸੈਂਸ ਕਿ ਆਹ ਵਾਲੇ ਪੋਰਸ਼ਨ ਉੱਤੇ ਸੈਲਸ ਜਿਹੜੇ ਹੈ ਡੈਡ ਹੋ ਜਾਣਗੇ, ਲਾਈਕ ਇਨ that thing, clear। so that represents a marginal necrosis, ठीक है। so it also to be shown in case of citrus plant
ਜਿਹਦੇ ਵਿੱਚ ਕਹਿੰਦੇ ਆ ਕਿ ਯੈਲੋ ਸਪॉट ਡਿਜ਼ੀਜ਼ ਹੁੰਦੀ ਹੈ ਸਿਟਰਸ ਦੇ ਵਿੱਚ, ਦੈਟ ਇਜ਼ ਆਲਸੋ ਅਕਾਊਂਟ ਐਜ਼ ਅ ਡੈਫੀਸ਼ੀਐਂਸੀ symptom of the molybdenum, ਠੀਕ ਹੈ। ਐਂਡ molybdenum deficiency is also to be recognized as a whip-tail disease। whip-tail disease ਕਹਿੰਦੇ ਆ ਜਿਹਦੇ ਵਿੱਚ ਕੀ ਹੈ mottling appears in the expanding leaves followed by the curling as well as scorching। ਸੋ ਕਰਲਿੰਗ ਉਹਦੇ ਵਿੱਚ ਹੋ ਜਾਏਗੀ ਐਜ਼ ਵੈਲ ਐਜ਼ ਸਕਾਰਚਿੰਗ, ਜਿਹਦੇ ਨਾਲ ਕੀ ਹੈ ਜਿਹੜਾ ਲੀਫ ਹੈ ਇੱਦਾਂ ਕਰਕੇ like suppose this is the stalk or the stem portion, sorry ਜਿੱਥੇ ਆ ਲੀਫ ਲੱਗਿਆ ਹੋਏਗਾ, so this is the leaf like in this way, so that will form a whiplash type। whiplash in the sense जो चाबुक ਹੁੰਦਾ ਵਾ ਸੇਮ ਉਸੇ ਵੇ ਮੰਗੋ, ਸੋ ਟਿਪ ਪੋਰਸ਼ਨ ਤੋਂ ਬਿਲਕੁਲ ਬਰੀਕ ਜਿਹਾ ਹੋ ਜਾਏਗਾ, ਠੀਕ ਹੈ। ਸੋ ਦੈਟ ਆਰ ਦ ਡੈਫੀਸ਼ੀਐਂਸੀ ਸਿੰਪਟਮਸ। then is manganese। Manganese also plays an important role for the oxidation reduction properties, major role for the manganese in the removal of electrons from the water during the photosynthesis, water oxidation ਦੇ ਵਿੱਚ help ਕਰਦਾ ਹੈ। manganese also essential for respiration as well as the nitrogen metabolism, so it can function effectively in some metal catalyzed enzymatic reactions which require the magnesium, ਠੀਕ ਹੈ। so ਜਿਹੜੀ manganese ਦੀ ਵੀ main form ਜਿਹੜੀ available, that is the divalent form Mn2 positive, and it can also exist to be as trivalent form as well as a tetravalent form। ਇਹ ਦੋਨੋਂ form ਦੇ ਵਿੱਚ ਵੀ exist ਕਰ ਸਕਦਾ। and manganese ਜਿਹੜਾ ਵਾ that is known to be effective activator of some enzymes like oxidases, peroxidases, dehydrogenases, kinases, like in that way, ਠੀਕ ਹੈ। and that will also lead to the formation of chlorophyll and maintenance of the lamellar structure of the chloroplast, ਠੀਕ ਹੈ। so that are the main function of the manganese। ਸੋ ਇਸਦੀ ਜਿਹੜੀ ਡੈਫੀਸ਼ੀਐਂਸੀ ਹੈ, ਡੈਫੀਸ਼ੀਐਂਸੀ ਕੀ ਹੈ ਮੈਂਗਨੀਜ਼ ਦੀ, ਸੋ ਉਹ ਵੀ ਜਿਹੜੀ ਰੇਅਰ ਵਨ ਹੈ ਬਿਕੋਜ਼ ਲੋ ਅਮਾਊਂਟ ਜਿਹੜੀ ਹੈ ਦੀ ਰਿਕੁਆਇਰਡ ਵਨ ਹੈ, ਐਂਡ ਇਟ ਇਜ਼ ਯੂਜ਼ਲੀ ਪਲੈਂਟੀਫੁਲ ਸਪਲਾਈ ਐਂਡ ਕੇਸ ਆਫ ਸੋਇਲ ਲਾਰਜ ਅਮਾਊਂਟ ਦੇ ਵਿੱਚ ਆਪਣੇ ਕੋਲ ਅਵੇਲੇਬਲ ਹੈ। ਜਿਹੜੀ ਐਬਸੈਂਸ ਹੈ ਮੈਂਗਨੀਜ਼ ਦੀ that will cause a disorganization of chloroplast and thylakoid membrane and plant become chlorotic, ਠੀਕ ਹੈ। ਸੋ ਇਸ ਦੇ ਵਿੱਚ ਵੀ ਇੱਕ ਹੋਰ ਇਹਨਾਂ ਦੀ ਚੀਜ਼ ਹੈ ਮੈਂਗਨੀਜ਼ ਦੀ ਕਿ ਇਹਦੇ ਜਿਹੜੇ ਸਿੰਪਟਮ ਨੇਗੇ that are also first to be appear in the young leaves ਦੇ ਵਿੱਚ ਹੁੰਦਾ ਵਾ, and there is also intervenal chlorosis just like that of the previous one with the green veins, and manganese deficiency that will lead to the reticulation in the dicots। reticulation dicots ਦੇ ਵਿੱਚ ਆ ਜਾਂਦੇ ਆ, like they will lead to the formation of grey specks, grey speck ਦੀ formation ਬਣਾ ਦਿੰਦੇ ਆ, and stripes also, ਠੀਕ ਹੈ। ਸੋ speck ਔਰ plus ਜਿਹੜੇ stripes ਨੇਗੇ ਉਹਨਾਂ ਦੀ formation ਕਰਦੇ ਆ in case of monocots। dicots ਦੇ ਵਿੱਚ grey speck, ਠੀਕ ਹੈ। stripes ਜਿਹੜੀਆਂ ਬਣਦੀਆਂ that is in case of monocot, ਠੀਕ ਹੈ। and that will further follow the necrosis like specks in the sense ਜਿਵੇਂ ਆਪਣੇ ਕੋਲ ਆ ਲੀਫ ਹੈ, ਜਦੋਂ ਮੈਂਗਨੀਜ਼ ਦੀ ਡੈਫੀਸ਼ੀਐਂਸੀ ਹੁੰਦੀ ਹੈ like here we are having the veins which showing the intervenal type of like that way intervenal type of necrosis also, ਠੀਕ ਹੈ। plus ਆਪਣੇ ਕੋਲ ਕੀ ਹੈ there is a formation of specks ਇਸ ਤਰੀਕੇ ਨਾਲ ਪੈਚਿਸ ਦੀ ਫਾਰਮ ਦੇ ਵਿੱਚ ਕਹਿ ਲਓ ਕਿ ਐਗਜ਼ਿਸਟ ਕਰਦੇ ਆ। ਸੋ ਉਹ ਪਰਟੀਕੂਲਰ ਪੋਰਸ਼ਨ ਉੱਤੇ ਕੀ ਹੈ ਪੈਚ ਬਣਨੇ ਸ਼ੁਰੂ ਹੋ ਜਾਂਦੇ ਆ, ਸੋ ਦੈਟ ਇਜ਼ ਨੋਨ ਐਜ਼ ਅ specs in case of dicot, and ਜੇ ਹੀ ਸਟ੍ਰਾਈਪ ਦੀ ਫਾਰਮ ਦੇ ਵਿੱਚ ਐਗਜ਼ਿਸਟ ਕਰਦੇ ਹਨ they are known as the stripes in case of monocots, ਠੀਕ ਹੈ। next is zinc ਜਿਹੜਾ ਵਾ that is also available in the Zn2 positive, ਠੀਕ ਹੈ। and that is also important in the enzymes with that of the oxidation reduction properties, ਨੇਗੀਆਂ, plus they are the main component of enzymes like the carbonic anhydrase, alcohol dehydrogenase, lactic dehydrogenase, glutamic dehydrogenase, like in that way, ठीक है। and zinc is also required for some processes like in case of carbohydrate metabolism, RNA synthesis, protein synthesis, just like that, ठीक है। ਜਿਹੜੀ zinc ਦੀ deficiency ਹੈ that will lead to the reduced synthesis of auxin,
ਆਕਸੀਜਨ ਜਿਹੜਾ ਵਾ ਪਲਾਂਟ ਹਾਰਮੋਨ ਹੈ ਸੋ ਉਸਦੀ ਜਿਹੜੀ ਫਾਰਮੇਸ਼ਨ ਆ ਉਹਨੂੰ ਰਿਡਿਊਸ ਔਨ ਕਰ ਜਾਂਦਾ ਹੈ ਐਜ਼ ਵੈਲ ਐਜ਼ ਦੈਟ ਵਿਲ ਆਲਸੋ ਲੈਡ ਟੂ ਦ ਇੰਟਰਵਿਨਲ ਕਲੋਰੋਸਿਸ ਐਜ਼ ਵੈਲ ਐਜ਼ ਇਨਹਿਬਿਸ਼ਨ ਆਫ ਦ ਸਟੈਮ ਗਰੋਥ ਐਂਡ ਪਲੱਸ ਜਿਹੜੇ ਲੀਫ ਮਾਰਜਨਸ ਨੇਗੇ ਜ਼ਿਆਦਾ ਡਿਸਟਾਰਟਡ ਨੇਗੇ ਜਸਟ ਲਾਈਕ ਦੈਟ ਹੇਅਰ ਐਂਡ ਪਲੱਸ ਪਕੜ ਟਾਈਪ ਆਫ ਅਪੀਅਰੈਂਸ ਇਹ ਸ਼ੋ ਕਰਦੇ ਨੇਗੇ ਪਲੱਸ ਇਸ ਦੇ ਨਾਲ ਨਾਲ ਕੀ ਹੈ ਇੰਟਰਵਿਨਲ ਕਲੋਰੋਸਿਸ ਦੇ ਨਾਲ ਨਾਲ ਜਿਹੜੀ ਟਰਮੀਨਲ ਬਰਡ ਨੇਗੀਆਂ plants ਦੇ ਵਿੱਚ ਜੋ ਟਰਮੀਨਲ ਬਰਡ ਨੇਗਾ ਸਟੈਮ ਗਰੋਥ ਹੈ ਉਹ ਰਿਡਿਊਸ ਹੋ ਜਾਂਦੀ ਹੈ ਐਂਡ ਦੈਟ ਵਿਲ ਆਲਸੋ ਅਪੀਅਰ ਟੂ ਬੀ ਐਜ਼ ਅ ਲੀਫ ਰੋਜ਼ਿਟੀ ਟਾਈਪ ਆਫ ਅਪੀਅਰੈਂਸ ਠੀਕ ਹੈ ਸੋ ਲੀਫ ਰੋਜ਼ਿਟੀ ਟਾਈਪ ਆਫ ਅਪੀਅਰੈਂਸ ਹੋ ਜਾਂਦੀ ਹੈ ਐਂਡ ਪਲੱਸ ਜਿਨ੍ਹਾਂ ਦੇ ਵਿੱਚ ਕਹਿ ਲਓ ਕਿ ਅਕਿਊਟ ਜ਼ਿੰਕ ਡੈਫੀਸ਼ੀਐਂਸੀ ਹੈ ਜਿਹੜੇ ਯੰਗ ਲੀਵਸ ਨੇਗੇ ਦੇ ਬਿਕਮ ਕੰਪਲੀਟਲੀ chlorotic ਹੋ ਜਾਂਦੇ ਨੇ ਸਾਰੇ ਐਂਡ ਦੈਟ ਡੈਫੀਸ਼ੀਐਂਸੀ ਸਿਮਟਮ ਇਜ਼ ਕਾਲਡ ਐਜ਼ ਅ ਵਾਈਟ ਬਰਡ ਇਨ ਕੇਸ ਆਫ ਮੇਜ਼ ਵਾਈਟ ਬਰਡ ਨੂੰ ਨਾਮ ਦਿੱਤਾ ਜਾਂਦਾ ਵਾ ਸੋ ਦੈਟ ਹੈਜ਼ ਟੂ ਬੀ ਅਪੀਅਰਡ ਇਨ ਕੇਸ ਆਫ ਮੇਜ਼ ਨੈਕਸਟ ਇਜ਼ ਬੋਰੋਨ ਜਿਹੜੀ ਆਪਣੇ ਕੋਲ ਅਵੇਲੇਬਲ ਫਾਰਮ ਹੈ ਦੈਟ ਇਜ਼ BO3 ਨੈਗੇਟਿਵ ਸੋ ਬੋਰੇਟ ਆਇਨ ਦੀ ਫਾਰਮ ਦੇ ਵਿੱਚ ਆਪਣੇ ਕੋਲ ਅਵੇਲੇਬਲ ਹੈ ਸੋ ਡਾਇਕॉट ਜਿਹੜੇ ਹਨ ਦੇ ਐਬਜ਼ੌਰਬ ਦ ਮੋਰ ਬੋਰੋਨ ਦੈਨ ਦੈਟ ਆਫ ਦ ਮੋਨੋਕॉट्स ਠੀਕ ਹੈ ਸੋ specific function ਜਿਹੜਾ ਹੈ ਹਜੇ ਤੱਕ unknown ਹੈ boron is found in case of cell walls complex with that of the raffinose containing the polymers and it is also found in case of phloem complex with that of the sorbitol pollen tubes can't elongate without that of the boron and plus boron is also plays a major role in case of the synthesis of the nucleic acid so is the ਵਿੱਚ ਜਿਹੜਾ deficiency symptom ਹੈ ਠੀਕ ਹੈ that is related to the disintegration of the internal tissues such as heart rot of beads as well as stem crack of the ciliary ਠੀਕ ਹੈ root and shoot tips stop growing ਸੋ ਰੂਟ ਔਰ ਸ਼ੂਟ ਟਿਪਸ ਦੇ ਵਿੱਚ ਗਰੋਥ ਜਿਹੜੀ ਹੈ ਟੋਟਲੀ ਸਟਾਪ ਹੋ ਜਾਂਦੀ ਹੈ ਔਰ ਇਸ ਦੇ ਵਿੱਚ ਵੀ ਸੇਮ ਇੱਦਾਂ ਹੀ ਜਿਹੜੀ ਟਰਮੀਨਲ ਬਰਡਸ ਹੈਗਾ ਬੇਸਲ ਲੈਮਿਨਾ ਵਾ ਯੰਗ ਲੀਵਸ ਦਾ ਦੈਟ ਬਿਕਮ ਦ ਬਲੈਕ ਐਂਡ ਦੈਟ ਵਿਲ ਸ਼ੋ ਅ ਬਲੈਕ ਨੈਕਰੋਸਿਸ ਠੀਕ ਹੈ next is chloride that is available in the negatively charged ion form chloride ion that is a anionic form ਆਪਣੇ ਕੋਲ available ਹੈ chloride ਦੀ and it is also a major component in case of oxygen evolving complex of photosynthesis ठीक है chlorine is also essential for the cell division ਦੇ ਵਿੱਚ ਵੀ important ਹੈ plus it will also accelerate the activity of the amylase enzyme ਠੀਕ ਹੈ so plants they are containing a good deal of the chloride but very little is required as a nutrient so it has an important function in case of photosynthesis general role in case of maintaining the electrical equilibrium deficiency symptoms they are showing the abnormal shapes as well as the intervenal type of chlorosis